ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਜ਼ਰੂਰੀ ਖਬਰ, ਅਗਲੇ 10 ਦਿਨ ਹੋਣਗੇ ਚੁਣੌਤੀ ਭਰੇ। ਨਿਊ ਫਾਊਂਡਲੈਂਡ ਤੋਂ ਮੌਸਮ ਬਾਰੇ ਜਾਣਕਾਰੀ, ਬਰਸਾਤ ਕਾਰਨ ਟੁੱਟੇ ਹਾਈਵੇ, ਕਈ ਰਸਤੇ ਹੋਏ ਬੰਦ। ਅਮਰੀਕਾ ਵੱਲੋਂ ਯਾਤਰੀਆਂ ਲਈ ਨਵਾਂ ਐਲਾਨ, ਟਰੱਕ ਡਰਾਈਵਰਾਂ ਲਈ ਟੀਕਾ ਕੀਤਾ ਜ਼ਰੂਰੀ। ਬ੍ਰਿਟਿਸ਼ ਕੋਲੰਬੀਆ 'ਚ ਵਰਕਰਾਂ ਲਈ ਵੱਡਾ ਐਲਾਨ, ਹੁਣ 5 ਦਿਨਾਂ ਦੀ ਹੋਵੇਗੀ ਪੇਡ ਲੀਵ। ਜਗਮੀਤ ਸਿੰਘ ਦੀ ਸਰਕਾਰ ਨੂੰ ਸਲਾਹ, ਕਿਹਾ ਕੈਨੇਡਾ ਵਾਸੀਆਂ ਲਈ ਚੁੱਕੋ ਕਦਮ। ਬ੍ਰਿਟਿਸ਼ ਕੋਲੰਬੀਆ ਤੋਂ ਮੌਸਮ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਹੁਣ ਅਗਲੇ 10 ਦਿਨ ਚੁਣੌਤੀ ਭਰੇ ਹੋਣ ਜਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਜੋ ਤੂਫਾਨ ਦੇ ਬਾਅਦ ਹਾਲਾਤ ਬਣੇ ਹੋਏ ਨੇ ਤੇ ਇੱਕ ਹੋਰ ਤੂਫਾਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਸ ਤੋਂ ਬਾਅਦ ਆਉਣ ਵਾਲੇ 10 ਦਿਨ ਕਾਫੀ ਜ਼ਿਆਦਾ ਕ੍ਰਿਟੀਕਲ ਹੋਣ ਵਾਲੇ ਨੇ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਲਗਾਤਾਰ ਮੌਸਮ ਦੀ ਅਪਡੇਟ ਚੈੱਕ ਕਰਦੇ ਰਹਿਣ ਤੇ ਕਿਸ ਖੇਤਰ ਬਾਰੇ এনवायरमेंट ਕੈਨੇਡਾ ਵੱਲੋਂ ਕੀ ਕਿਹਾ ਗਿਆ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ 'ਚ ਮੌਸਮ ਸੰਬੰਧੀ ਅਗਲੇ 10 ਦਿਨ ਚੁਣੌਤੀ ਭਰੇ ਰਹਿਣ ਵਾਲੇ ਹਨ। ਦਰਅਸਲ ਬੀਤੇ ਕੁਝ ਦਿਨਾਂ ਦੌਰਾਨ ਜੋ ਕੁਝ ਹਿੱਸਿਆਂ ਵਿੱਚ ਭਾਰੀ ਬਰਸਾਤ ਹੋਈ, ਉਸ ਦੇ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਨੇ। ਇਸ ਸੰਬੰਧੀ ਸੂਬਾ ਸਰਕਾਰ ਵੱਲੋਂ ਚੇਤਾਵਨੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇੱਥੇ ਜੋ ਨਵੇਂ ਤੂਫਾਨਾਂ ਦੀ ਸੰਭਾਵਨਾ ਹੈ, ਉਹ ਹੋਰ ਵੀ ਚੁਣੌਤੀ ਪੈਦਾ ਕਰ ਸਕਦੀ ਹੈ। ਅੱਜ ਸਵੇਰ ਤੋਂ ਮੈਟਰੋ ਵੈਨਕੂਵਰ, ਹੋਪ ਸਾਊਂਡ, ਵਿਸਲਰ ਅਤੇ ਫਰੇਜ਼ਰ ਵੈਲੀ ਦੇ ਇਲਾਕਿਆਂ 'ਚ ਬਰਸਾਤ ਬਾਰੇ এনवायरमेंट ਕੈਨੇਡਾ ਵੱਲੋਂ ਦੱਸਿਆ ਗਿਆ ਸੀ। ਮੌਸਮ ਸੰਬੰਧੀ ਫਰੇਜ਼ਰ ਵੈਲੀ ਤੇ ਹੋਪ ਇਲਾਕੇ ਵਿੱਚ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਨਦੀਆਂ ਦੇ ਤੇਜ਼ ਵਹਾਅ ਸੰਬੰਧੀ ਚੇਤਾਵਨੀ ਦਿੱਤੀ ਗਈ ਸੀ। ਇੱਥੇ ਲਗਾਤਾਰ ਹੋਣ ਵਾਲੀ ਬਾਰਿਸ਼ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵੀ ਉੱਪਰ ਹੋਣ ਦੀ ਸੰਭਾਵਨਾ ਹੈ। ਵੈਨਕੂਵਰ ਆਈਲੈਂਡ, ਸੈਂਟਰਲ ਕੋਸਟ ਤੇ ਨਾਰਥ ਕੋਸਟ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੂਫਾਨ ਦੇ ਨਿਕਲਣ ਤੋਂ ਬਾਅਦ ਸ਼ਨੀਵਾਰ ਨੂੰ ਇੱਕ ਹੋਰ ਤੂਫਾਨ ਦੀ ਆਮਦ ਬਾਰੇ ਵੀ ਸ਼ੰਕਾ ਜਤਾਈ ਜਾ ਰਹੀ ਹੈ। ਇਸ ਸਭ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇੱਥੇ 9 ਤੋਂ 10 ਦਿਨ ਕਾਫੀ ਚੁਣੌਤੀ ਭਰੇ ਹੋ ਸਕਦੇ ਨੇ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਇਹ ਕਿਹਾ ਗਿਆ ਹੈ ਕਿ ਲਗਾਤਾਰ ਮੌਸਮ ਦੀ ਅਪਡੇਟ ਲੈਂਦੇ ਰਹਿਣ। ਇਸ ਦੌਰਾਨ ਐਪਸਫੋਰਡ ਦੇ ਮੇਅਰ ਵੱਲੋਂ ਰੈਜ਼ੀਡੈਂਟਸ ਨੂੰ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਸਲਾਹ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਹੜ੍ਹਾਂ ਕਰਕੇ ਜਿਹੜੇ ਹਾਈਵੇਜ਼ ਨੁਕਸਾਨੇ ਗਏ, ਉਨ੍ਹਾਂ ਨੂੰ ਅਜੇ ਵੀ ਬੰਦ ਰੱਖਿਆ ਗਿਆ, ਪਰ ਕਈ ਹਾਈਵੇਜ਼ ਨੂੰ ਅਸੈਂਸ਼ੀਅਲ ਟਰੈਵਲ ਵਾਸਤੇ ਮੁੜ ਤੋਂ ਖੋਲ੍ਹ ਦਿੱਤਾ ਗਿਆ। ਇਸ ਬਾਰੇ ਟਰਾਂਸਪੋਰਟ ਮਿਨਿਸਟਰ ਦਾ ਕਹਿਣਾ ਹੈ ਕਿ ਰਸਤਿਆਂ ਰਾਹੀਂ ਆਉਣ ਵਾਲੇ ਲੋਕ ਲਗਾਤਾਰ ਇਸ ਦੀ ਅਪਡੇਟ ਲੈਂਦੇ ਰਹਿਣ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਤੋਂ ਮੌਸਮ ਸੰਬੰਧੀ ਜਾਣਕਾਰੀ ਸਾਹਮਣੇ ਆਈ, ਜਿੱਥੇ ਕਈ ਰਸਤੇ ਪਾਣੀ ਵਿੱਚ ਬਹਿ ਗਏ। ਇੱਥੇ ਜੋ ਭਾਰੀ ਬਰਸਾਤ ਹੋਈ ਹੈ, ਉਸ ਕਾਰਨ ਹਾਈਵੇ ਪ੍ਰਭਾਵਿਤ ਹੋਏ, ਪਰ ਕਿਸ ਖੇਤਰ ਦੇ ਬਾਰੇ ਕਿਹੜੀ ਜਾਣਕਾਰੀ ਸਾਹਮਣੇ ਆਈ ਹੈ, ਤੁਹਾਨੂੰ ਡੀਟੇਲ ਦੇਵਾਂਗੇ ਇਸ ਖਬਰ 'ਚ। ਨਿਊ ਫਾਊਂਡਲੈਂਡ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਬਰਸਾਤ ਦੇ ਕਾਰਨ ਹਾਈਵੇ ਬਹਿ ਗਿਆ। ਜੀ ਹਾਂ, ਸਾਊਥ ਵੈਸਟਰਨ ਨਿਊ ਫਾਊਂਡਲੈਂਡ ਵਿੱਚ ਟਰਾਂਸ ਕੈਨੇਡਾ ਹਾਈਵੇ ਸਟਾਰਮ ਕਾਰਨ ਨੁਕਸਾਨਿਆ ਗਿਆ ਹੈ। ਇਸ ਖੇਤਰ 'ਚ ਜੋ ਭਾਰੀ ਬਰਸਾਤ ਹੋਈ ਹੈ, ਉਸ ਦੇ ਕਾਰਨ ਹਾਈਵੇ ਪ੍ਰਭਾਵਿਤ ਹੋਇਆ। ਪ੍ਰੋਵਿੰਸ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਤੇਜ਼ ਬਰਸਾਤ ਦੇ ਕਾਰਨ ਕਈ ਰਸਤੇ ਪਾਣੀ ਵਿੱਚ ਬਹਿ ਗਏ। ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕਾਡਰੋਏ ਵੈਲੀ ਏਰੀਆ, ਜਿਸ ਵਿੱਚ ਟਰਾਂਸ ਕੈਨੇਡਾ ਹਾਈਵੇ ਦੇ 2 ਹਿੱਸੇ ਸ਼ਾਮਿਲ ਹਨ, ਉਹ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਹੋਏ। ਡਿਪਾਰਟਮੈਂਟ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਕਿਹੜੇ ਰਸਤਿਆਂ ਨੂੰ ਬੰਦ ਕੀਤਾ ਗਿਆ। ਟਰਾਂਸ ਕੈਨੇਡਾ ਹਾਈਵੇ ਦੀਆਂ ਦੋਨੋਂ ਲੇਨਸ ਵਹਿ ਚੁੱਕੀਆਂ ਨੇ। ਟਰਾਂਸ ਕੈਨੇਡਾ ਹਾਈਵੇ, ਜੋ ਕਿ ਡੁਆਲਿਸ ਇੰਟਰਸੈਕਸ਼ਨ ਤੋਂ 16 ਕਿਲੋਮੀਟਰ ਸਾਊਥ ਵੈਸਟ ਹੈ। ਟਰਾਂਸ ਕੈਨੇਡਾ ਹਾਈਵੇ, ਜੋ ਕਿ ਪੋਰਟ ਔਕਸ ਬੌਸਕਿਸ ਤੋਂ 25 ਕਿਲੋਮੀਟਰ ਨਾਰਥ ਵੈਸਟ ਹੈ। ਰੂਟ 406-11, ਰੂਟ 413-1, ਲਾਚ ਲੋਮੌਂਟ ਰੋਡ, ਅਪਰ ਫੈਰੀ ਰੋਡ, ਇਹ ਰਸਤੇ ਭਾਰੀ ਬਰਸਾਤ ਦੇ ਕਾਰਨ ਬੰਦ ਹੋਏ ਨੇ। এনवायरमेंट ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੋਰਟ ਔਕਸ ਬੌਸਕਿਸ ਵਿੱਚ 128 ਮਿਲੀਮੀਟਰ ਤੱਕ ਬਰਸਾਤ ਪਈ। ਇਸ ਸਮੇਂ ਨਿਊ ਫਾਊਂਡਲੈਂਡ ਵਿੱਚ ਜੋ ਸਥਿਤੀ ਬਣੀ ਹੋਈ ਹੈ, ਇਸ ਬਾਰੇ ਮੇਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Systems are only designed to handle so much water at a certain period of time. And in some areas of the community right now, we're seeing that the systems are getting overwhelmed. They've been holding up fairly well for the most part, but we are seeing in some areas that it's certainly now starting to back up in some residential basements. Where hopefully it doesn't escalate to too much, but we are now starting to get several calls regarding that. It's definitely not sewer water. It's from the runoff. I guess he had said if he had to drink it, he could be pretty sure that it wasn't. But I said,
no, we weren't going to do that, but we both, trying to make light of it. But he said definitely it's from the surface water that we're the Trans-Canada Highway, our link, that's being washed out. It's being washed out in several locations. Listening to that gentleman there then from the Codroy Valley. ਅਮਰੀਕਾ ਤੋਂ ਯਾਤਰੀਆਂ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਜਨਵਰੀ ਮਹੀਨੇ ਤੋਂ ਹੁਣ ਅਮਰੀਕਾ ਵਿੱਚ ਜਿਹੜੇ ਯਾਤਰੀ ਆਉਣਗੇ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਫੁੱਲੀ ਵੈਕਸੀਨੇਟਡ ਹੋਣ। ਇੱਥੋਂ ਤੱਕ ਕਿ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਵੀ ਵੈਕਸੀਨ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਏਗਾ। ਵਾਈਟ ਹਾਊਸ ਵੱਲੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਜਨਵਰੀ ਮਹੀਨੇ ਤੋਂ ਇਸ ਦੀ ਸ਼ੁਰੂਆਤ ਹੁਣ ਅਮਰੀਕਾ ਵਿੱਚ ਹੋਣ ਜਾ ਰਹੀ ਹੈ। ਜਨਵਰੀ ਮਹੀਨੇ ਤੋਂ ਅਮਰੀਕਾ ਵਿੱਚ ਜਿਹੜੇ ਨਾਨ ਰੈਜ਼ੀਡੈਂਟ ਆਉਣਗੇ ਉਹਨਾਂ ਵਾਸਤੇ ਨਵੇਂ ਨਿਯਮ ਦਾ ਐਲਾਨ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਅਸੈਂਸ਼ੀਅਲ ਨਾਨ ਰੈਜ਼ੀਡੈਂਟ ਟਰੈਵਲਰਸ ਦੇ ਲਈ ਹੁਣ ਵੈਕਸੀਨੇਸ਼ਨ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਜਨਵਰੀ ਮਹੀਨੇ ਤੋਂ ਟਰੱਕ ਡਰਾਈਵਰਸ, ਗਵਰਨਮੈਂਟ ਅਤੇ ਐਮਰਜੈਂਸੀ ਰਿਸਪੌਂਸ ਆਫੀਸ਼ੀਅਲਸ ਲਈ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੈ। ਇਸ ਨਿਯਮ ਦੀ ਸ਼ੁਰੂਆਤ ਅਮਰੀਕਾ 'ਚ 22 ਜਨਵਰੀ ਤੋਂ ਹੋਣ ਜਾ ਰਹੀ ਹੈ। ਇਸ ਬਾਰੇ ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਵਾਈਟ ਹਾਊਸ ਵੱਲੋਂ ਅਕਤੂਬਰ ਮਹੀਨੇ ਹੀ ਇਹ ਪ੍ਰੀਵਿਊ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਜਨਵਰੀ ਮਹੀਨੇ ਤੋਂ ਹੀ ਅਮਰੀਕਾ ਦਾਖਲ ਹੋਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲੱਗੇ ਹੋਣ। ਇਸੇ ਦਿਨ ਤੋਂ ਫੈਰੀ ਰਾਹੀਂ ਜਿਹੜੇ ਅਸੈਂਸ਼ੀਅਲ ਟਰੈਵਲਰਸ ਆਉਣਗੇ ਉਨ੍ਹਾਂ ਲਈ ਵੀ ਵੈਕਸੀਨੇਸ਼ਨ ਜ਼ਰੂਰੀ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਤੋਂ ਹੀ ਅਮਰੀਕਾ ਵੱਲੋਂ ਨਾਨ ਅਸੈਂਸ਼ੀਅਲ ਟਰੈਵਲ ਖੋਲ੍ਹ ਦਿੱਤਾ ਗਿਆ, ਜਿਸ ਦੇ ਮੁਤਾਬਕ ਹੁਣ ਨਾਨ ਅਸੈਂਸ਼ੀਅਲ ਟਰੈਵਲ ਕਰਨ ਵਾਲੇ ਯਾਤਰੀ ਵੀ ਇਸ ਮਹੀਨੇ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ। ਇਸੇ ਦਿਨ ਤੋਂ ਅਮਰੀਕਾ ਵੱਲੋਂ ਕੈਨੇਡਾ ਨਾਲ ਵੀ ਬਾਰਡਰ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ ਮਾਰਚ 2020 ਤੋਂ ਹੀ ਅਮਰੀਕਾ ਵੱਲੋਂ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ। ਕੈਨੇਡਾ ਵੱਲੋਂ ਅਗਸਤ ਮਹੀਨੇ ਅਮਰੀਕਾ ਨਾਲ ਬਾਰਡਰ ਖੋਲ੍ਹ ਦਿੱਤਾ ਗਿਆ ਸੀ, ਪਰ ਅਮਰੀਕਾ ਵੱਲੋਂ ਕੈਨੇਡਾ ਲਈ ਅਜਿਹਾ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਨਵੰਬਰ ਮਹੀਨੇ ਤੋਂ ਕੈਨੇਡੀਅਨਸ ਨੂੰ ਇਜਾਜ਼ਤ ਦਿੱਤੀ ਗਈ ਕਿ ਉਹ ਬਾਰਡਰ ਦੇ ਰਾਹੀਂ ਅਮਰੀਕਾ ਵਿੱਚ ਦਾਖਲ ਹੋ ਸਕਣ। ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੇ ਅਮਰੀਕਾ ਵਿੱਚ ਯਾਤਰੀ ਆਉਣਗੇ ਉਹਨਾਂ ਲਈ ਜ਼ਰੂਰੀ ਹੈ ਕਿ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਲੱਗੀ ਹੋਵੇ ਤੇ ਜਿਨ੍ਹਾਂ ਵੱਲੋਂ ਮਿਕਸਡ ਕੋਵਿਡ-19 ਵੈਕਸੀਨ ਲਗਵਾਈ ਗਈ ਹੈ ਉਹਨਾਂ ਨੂੰ ਵੀ ਹੁਣ ਅਮਰੀਕਾ ਵੱਲੋਂ ਮਨਜ਼ੂਰ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ 5 ਦਿਨਾਂ ਦੀ ਪੇਡ ਸਿਕ ਲੀਵ ਬਾਰੇ ਐਲਾਨ ਕੀਤਾ ਗਿਆ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਸੂਬੇ ਵਿੱਚ 5 ਦਿਨਾਂ ਦੀ ਪੇਡ ਸਿਕ ਲੀਵ ਲਿਆਂਦੀ ਜਾ ਰਹੀ ਹੈ। ਦੱਸ ਦਈਏ ਕਿ ਇਸ ਐਲਾਨ ਦੇ ਨਾਲ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ 5 ਦਿਨਾਂ ਦੀ ਪੇਡ ਸਿਕ ਲੀਵ ਹੋਵੇ। ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਅਜਿਹਾ ਪਹਿਲਾ ਪ੍ਰੋਵਿੰਸ ਬਣ ਗਿਆ ਹੈ ਜਿੱਥੇ 5 ਦਿਨਾਂ ਦੀ ਪੇਡ ਸਿਕ ਲੀਵ ਲਿਆਂਦੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਪਰਮਨੈਂਟ ਪੇਡ ਸਿਕ ਲੀਵ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜਾਣਕਾਰੀ ਮੁਤਾਬਕ 1 ਜਨਵਰੀ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਵਰਕਰ ਇਸ 5 ਦਿਨਾਂ ਦੀ ਸਿਕ ਪੇਡ ਲੀਵ ਦੇ ਲਈ ਐਲੀਜੀਬਲ ਹੋਣਗੇ। ਇਸ ਬਾਰੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਵਰਕਰਸ ਨੂੰ ਸਿਹਤ ਜਾਂ ਨੌਕਰੀ 'ਚੋਂ ਇੱਕ ਚੁਣਨ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੈਂਡੈਮਿਕ ਨੇ ਦੱਸ ਦਿੱਤਾ ਕਿ ਜਦੋਂ ਵਰਕਰਸ ਕੋਲ ਪੇਡ ਸਿਕ ਲੀਵ ਨਹੀਂ ਸੀ ਤਾਂ ਇਹ ਉਨ੍ਹਾਂ ਵਾਸਤੇ ਕਾਫੀ ਬੁਰਾ ਸੀ। ਇਸ ਤੋਂ ਪਹਿਲਾਂ ਮਈ ਮਹੀਨੇ ਸੂਬੇ ਵੱਲੋਂ ਵਰਕਰਸ ਲਈ 3 ਦਿਨਾਂ ਦੀ ਪੇਡ ਲੀਵ ਪ੍ਰੋਗਰਾਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜੋ ਕਿ 31 ਦਸੰਬਰ ਤੱਕ ਸੀ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਫੈਡਰੇਸ਼ਨ ਆਫ ਲੇਬਰ ਵੱਲੋਂ 10 ਦਿਨਾਂ ਦੀ ਲੀਵ ਦੀ ਮੰਗ ਕੀਤੀ ਗਈ ਸੀ, ਪਰ ਹੌਰਗਨ ਸਰਕਾਰ 5 ਦਿਨਾਂ ਲਈ ਸਹਿਮਤ ਹੋਈ ਹੈ, ਜਿੱਥੇ ਉਨ੍ਹਾਂ ਵੱਲੋਂ ਹੁਣ 5 ਦਿਨਾਂ ਦੀ ਪੇਡ ਸਿਕ ਲੀਵ ਲਿਆਂਦੀ ਜਾ ਰਹੀ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਲਿਬਰਲ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੋਕੇ ਵਾਅਦੇ ਨਾ ਕੀਤੇ ਜਾਣ, ਬਲਕਿ ਕੈਨੇਡੀਅਨਸ ਦੀ ਭਲਾਈ ਵਾਸਤੇ ਕਦਮ ਚੁੱਕੇ ਜਾਣ। ਜੋ ਥਰੋਨ ਸਪੀਚ ਸਾਹਮਣੇ ਆਈ, ਉਸ ਤੋਂ ਬਾਅਦ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਹੜੇ ਮੁੱਦੇ ਪਹਿਲ ਦੇ ਆਧਾਰ ਦੇ ਉੱਪਰ ਹੱਲ ਕੀਤੇ ਜਾਣੇ ਜ਼ਰੂਰੀ ਹਨ। ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਨੂੰ ਕੈਨੇਡੀਅਨਸ ਵਾਸਤੇ ਕੰਮ ਕਰਨਾ ਚਾਹੀਦਾ ਹੈ। ਜੀ ਹਾਂ, ਥਰੋਨ ਸਪੀਚ ਤੋਂ ਬਾਅਦ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਿਬਰਲ ਸਰਕਾਰ ਨੂੰ ਹੁਣ ਫੋਕੇ ਵਾਅਦੇ ਨਹੀਂ ਕਰਨੇ ਚਾਹੀਦੇ, ਬਲਕਿ ਕੈਨੇਡੀਅਨਸ ਵਾਸਤੇ ਚੰਗੇ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨਸ ਨੂੰ ਕੋਰੋਨਾ ਪੈਂਡੈਮਿਕ ਤੋਂ ਬਾਹਰ ਕੱਢਣ ਵਿੱਚ ਨਾਕਾਮਯਾਬ ਹੋਏ ਨੇ ਤੇ ਹੁਣ ਜਸਟਿਨ ਟਰੂਡੋ ਲਈ ਜ਼ਰੂਰੀ ਹੈ ਕਿ ਉਹ ਕਲਾਈਮੇਟ ਕ੍ਰਾਈਸਿਸ ਦੇ ਖਿਲਾਫ ਅਹਿਮ ਕਦਮ ਚੁੱਕਣ ਅਤੇ ਕੈਨੇਡੀਅਨਸ ਵਾਸਤੇ ਅਫੋਰਡੇਬਲ ਹਾਊਸਿੰਗ ਲਿਆਂਦੀ ਜਾਵੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਉਨ੍ਹਾਂ तमाम ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਕੱਲ੍ਹ ਥਰੋਨ ਸਪੀਚ ਰਾਹੀਂ ਸਾਹਮਣੇ ਆਏ ਨੇ।
ਇਸ ਤੋਂ ਇਲਾਵਾ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਫਾਰਮਾ ਕੇਅਰ, ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਸੰਬੰਧੀ ਵੀ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਭਲਾਈ ਵਾਸਤੇ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਐਨਡੀਪੀ ਵੱਲੋਂ 10 ਦਿਨਾਂ ਦੀ ਪੇਡ ਸਿਕ ਲੀਵ ਦੀ ਵੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਆਪਣੇ ਮੁੱਦੇ ਚੁੱਕਦੇ ਰਹਿਣਗੇ ਤਾਂ ਕਿ ਸਰਕਾਰ ਇਹਨਾਂ ਵੱਲ ਧਿਆਨ ਦੇਵੇ ਤੇ ਉਨ੍ਹਾਂ ਵੱਲੋਂ तमाम ਕੈਨੇਡੀਅਨਸ ਦੀ ਭਲਾਈ ਲਈ ਕਦਮ ਚੁੱਕੇ ਜਾਣ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਪ੍ਰੋਵਿੰਸ ਵੱਲੋਂ ਜੋ ਪੀਐਨਪੀ ਡਰਾਅ ਕੱਢਿਆ ਗਿਆ, ਇਸ ਵਿੱਚ 357 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਹਨ। ਇਸ ਬਾਰੇ ਹੋਰ ਕਿਹੜੀ ਡੀਟੇਲ ਹੈ, ਇਸ ਡਰਾਅ ਵਿੱਚ ਕੀ ਕੁਝ ਖਾਸ ਰਿਹਾ, ਤੁਹਾਨੂੰ ਦੱਸਾਂਗੇ ਇਸ ਖਬਰ 'ਚ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਨਵਾਂ ਪੀਐਨਪੀ ਡਰਾਅ ਕੱਢਿਆ ਗਿਆ, ਇਸ ਵਿੱਚ 357 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾਅ ਦਾ ਐਲਾਨ 23 ਨਵੰਬਰ ਨੂੰ ਕੀਤਾ ਗਿਆ, ਜਿਸ ਵਿੱਚ 300 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਝਾਕੀ ਹੈ। ਪ੍ਰੋਵਿੰਸ ਵੱਲੋਂ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜ਼ਰੀਏ 2 ਡਰਾਅ ਐਲਾਨ ਕੀਤੇ ਗਏ, ਜਿਸ ਵਿੱਚ ਸਕਿੱਲਸ ਇਮੀਗ੍ਰੇਸ਼ਨ ਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟ੍ਰੀਮਸ ਤਹਿਤ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ। ਇਸ ਡਰਾਅ ਵਿੱਚ ਉਨ੍ਹਾਂ ਨੂੰ ਸੱਦੇ ਮਿਲੇ ਜਿਹੜੇ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਜਾਂ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਸਬ ਕੈਟੇਗਰੀ ਵਿੱਚੋਂ ਸਨ। ਇਸ ਵਿੱਚੋਂ ਜ਼ਿਆਦਾਤਰ ਸੱਦੇ, ਜਿਸ ਦਾ ਮਤਲਬ ਹੈ ਕਿ 258 ਇਨਵੀਟੇਸ਼ਨ ਜਨਰਲ ਡਰਾਅ ਦੇ ਜ਼ਰੀਏ ਦਿੱਤੇ ਗਏ। ਇਸ ਵਿੱਚ ਇਨਵੀਟੇਸ਼ਨ ਹਾਸਲ ਕਰਨ ਲਈ ਉਮੀਦਵਾਰਾਂ ਕੋਲ 71 ਤੋਂ 97 ਵਿਚਕਾਰ ਸਕੋਰਸ ਹੋਣੇ ਜ਼ਰੂਰੀ ਸਨ। ਇਸ ਤੋਂ ਇਲਾਵਾ ਰੀਟੇਲ ਐਂਡ ਹੋਲਸੇਲ ਟ੍ਰੇਡ ਮੈਨੇਜਰਸ, ਰੈਸਟੋਰੈਂਟ ਐਂਡ ਫੂਡ ਸਰਵਿਸਿਜ਼ ਮੈਨੇਜਰਸ ਤਹਿਤ ਵੀ ਕਈ ਇਨਵੀਟੇਸ਼ਨ ਦਿੱਤੇ ਗਏ, ਜਿਸ ਮੁਤਾਬਕ 99 ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਲਈ ਉਮੀਦਵਾਰਾਂ ਕੋਲ 103 ਸਕੋਰਸ ਦੀ ਜ਼ਰੂਰਤ ਸੀ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਤੋਂ ਹੀ ਬ੍ਰਿਟਿਸ਼ ਕੋਲੰਬੀਆ ਵੱਲੋਂ ਮਹੀਨੇ 'ਚ 2 ਵਾਰ ਸੈਪਰੇਟ ਰਾਉਂਡ ਆਫ ਇਨਵੀਟੇਸ਼ਨ ਕੱਢੇ ਜਾਂਦੇ ਨੇ। ਹੁਣ ਤੱਕ ਜਿੰਨੇ ਵੀ ਇਸ ਸਾਲ ਦੌਰਾਨ ਪ੍ਰੋਵਿੰਸ ਵੱਲੋਂ ਡਰਾਅ ਕੱਢੇ ਗਏ, ਉਸ ਵਿੱਚ 11,000 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਓਨਟਾਰੀਓ ਵਿੱਚ ਕਈ ਸਕੂਲਾਂ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਬਾਰੇ ਜਾਣਕਾਰੀ ਹੈਲਥ ਮਿਨਿਸਟਰ ਵੱਲੋਂ ਦਿੱਤੀ ਗਈ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਸਕੂਲਾਂ ਨੂੰ ਬੰਦ ਕੀਤਾ ਗਿਆ, ਪਰ ਇਸ ਬਾਰੇ ਕਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਓਨਟਾਰੀਓ ਦੇ 15 ਸਕੂਲਾਂ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਪ੍ਰੋਵਿੰਸ 'ਚ ਕੋਰੋਨਾ ਵਾਇਰਸ ਕਾਰਨ ਬੰਦ ਹੋਣ ਵਾਲੇ ਸਕੂਲਾਂ ਦਾ ਇਹ ਇੱਕ ਵੱਡਾ ਅੰਕੜਾ ਦਰਜ ਕੀਤਾ ਗਿਆ ਹੈ। ਇਸ ਬਾਰੇ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 24 ਘੰਟਿਆਂ ਦੌਰਾਨ 170 ਕੋਰੋਨਾ ਵਾਇਰਸ ਦੇ ਮਾਮਲੇ ਇਸ ਨਾਲ ਸੰਬੰਧਿਤ ਸਾਹਮਣੇ ਆਏ ਨੇ, ਜਿਸ ਵਿੱਚ 154 ਵਿਦਿਆਰਥੀ ਤੇ 13 ਸਟਾਫ ਮੈਂਬਰ ਕੋਵਿਡ-19 ਦਾ ਸ਼ਿਕਾਰ ਪਾਏ ਗਏ। 24 ਘੰਟਿਆਂ ਦੌਰਾਨ ਓਨਟਾਰੀਓ 'ਚ 5 ਸਕੂਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੰਦ ਕੀਤੇ ਗਏ, ਜਿਸ ਨਾਲ ਕੁੱਲ ਬੰਦ ਕਰਨ ਵਾਲੇ ਸਕੂਲਾਂ ਦਾ ਅੰਕੜਾ 15 ਦੇ ਉੱਪਰ ਪਹੁੰਚ ਗਿਆ। ਓਨਟਾਰੀਓ 'ਚ ਮੌਜੂਦਾ ਸਮੇਂ 14% ਸਕੂਲ ਅਜਿਹੇ ਹਨ ਜਿੱਥੇ ਘੱਟੋ-ਘੱਟ ਇੱਕ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ। ਇੱਥੇ ਸਕੂਲਾਂ ਨਾਲ ਸੰਬੰਧਿਤ 1397 ਐਕਟਿਵ ਕੇਸਸ ਹਨ। ਇਸ ਦੌਰਾਨ ਮਿਨਿਸਟਰ ਵੱਲੋਂ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। Fresh intake, air intake is within our schools. We also deployed 70,000 HEPA units to schools right across Ontario and into every classroom without mechanical ventilation. We really lead the country in this respect, so we acknowledge the importance of quality, clean air in our schools, which is why we made those investments ahead of time. We provide quality PPE to our education staff and to our students. 3-ply masks, which are consistent with the Public Health Agency of Canada's guidance. We continue to follow the best advice of the Chief Medical Officer of Health with respect to PPE. The science will guide our decisions. If at any time they recommend elevating the mask quality, we will do so. But any questions with respect to access to PPE really are guided by the Chief Medical Officer of Health and the broader evidence and recommendations he provides Cabinet with respect to keeping staff and students safe. Yeah, we're very much committed to getting a fair deal for Ontario families. We know, Jamie, that too many families pay exorbitant amounts for childcare. It's simply too expensive and inaccessible. And we saw childcare rise by 400% under the former Liberal government. We know we can do better. We also know the federal government can play a major role in this respect. They currently contribute only 2.5% of childcare costs in Ontario. They've got to do much more. So we're sitting with them today to make that case to ensure we deliver $10 a day daycare that is truly affordable for all families so that we can get people working, support economic participation of women,
and ultimately, help confront the cost of living that is rising across Canada. ਇਮੀਗ੍ਰੇਸ਼ਨ ਵਿਭਾਗ ਵੱਲੋਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 600 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ PNP ਸਪੈਸੀਫਿਕ ਕੱਢਿਆ ਗਿਆ ਸੀ, ਉਸ ਵਿੱਚ 700 ਤੋਂ ਵੱਧ ਸੱਦੇ ਜਾਰੀ ਕੀਤੇ ਗਏ ਸਨ। ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ PNP ਸਪੈਸੀਫਿਕ ਡਰਾ ਕੱਢੇ ਜਾ ਰਹੇ ਨੇ, ਪਰ ਉਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਨਹੀਂ ਕੱਢਿਆ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਂ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 600 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਮੀਗ੍ਰੇਸ਼ਨ ਵਿਭਾਗ ਵੱਲੋਂ 24 ਨਵੰਬਰ ਨੂੰ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 613 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਡਰਾ ਵਿੱਚ ਇਨਵੀਟੇਸ਼ਨ ਹਾਸਲ ਕਰਨ ਲਈ ਉਮੀਦਵਾਰਾਂ ਕੋਲ 737 ਸਕੋਰਸ ਦੀ ਜ਼ਰੂਰਤ ਸੀ। ਦੱਸ ਦਈਏ ਕਿ ਇਹ 6ਵਾਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾ ਹੈ, ਜੋ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਲਗਾਤਾਰ ਐਲਾਨ ਕੀਤਾ ਗਿਆ। ਇਸ ਤੋਂ ਪਿਛਲੇ ਡਰਾ ਵਿੱਚ 700 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਸਨ। ਪਿਛਲੇ ਡਰਾ ਵਿੱਚ 775 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ, ਜਿਨ੍ਹਾਂ ਨੂੰ ਘੱਟੋ-ਘੱਟ 685 ਸਕੋਰਸ ਦੀ ਜ਼ਰੂਰਤ ਸੀ। ਜ਼ਿਕਰਯੋਗ ਹੈ ਕਿ ਲਗਾਤਾਰ ਇਮੀਗ੍ਰੇਸ਼ਨ ਵਿਭਾਗ ਵੱਲੋਂ PNP ਸਪੈਸੀਫਿਕ ਡਰਾ ਕੱਢੇ ਜਾ ਰਹੇ ਨੇ, ਪਰ ਉਨ੍ਹਾਂ ਵੱਲੋਂ ਕਾਫੀ ਸਮੇਂ ਤੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਦਾ ਐਲਾਨ ਨਹੀਂ ਕੀਤਾ ਗਿਆ। ਕਈਆਂ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਫੈਡਰਲ ਲੈਵਲ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਕਦੋਂ ਐਲਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮਾਰਚ 2020 ਨੂੰ ਕੈਨੇਡਾ ਵੱਲੋਂ ਉਡਾਨਾਂ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਦਾ ਅਸਰ ਇਮੀਗ੍ਰੇਸ਼ਨ ਵਿਭਾਗ ਦੇ ਉੱਪਰ ਵੀ ਪੈਂਦਾ ਹੋਇਆ ਦਿਖਾਈ ਦਿੱਤਾ। ਜੋ ਟਾਰਗੇਟ ਤੈਅ ਕੀਤਾ ਗਿਆ ਸੀ, ਉਹ ਇਮੀਗ੍ਰੇਸ਼ਨ ਵਿਭਾਗ ਪੂਰਾ ਨਹੀਂ ਕਰ ਸਕਿਆ। ਇਸ ਤੋਂ ਬਾਅਦ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਇਸ ਸਾਲ 4,01,000 ਇਮੀਗ੍ਰੈਂਟਸ ਦੇ ਸਵਾਗਤ ਦਾ ਟੀਚਾ ਰੱਖਿਆ ਗਿਆ ਸੀ। ਸਾਲ ਖਤਮ ਹੋਣ ਵਿੱਚ 2 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ, ਪਰ ਅਜੇ ਵੀ ਇਹ ਟਾਰਗੇਟ ਪੂਰਾ ਨਹੀਂ ਹੋ ਸਕਿਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਫਰਵਰੀ 13 ਵਰਗਾ ਡਰਾ ਕੱਢ ਸਕਦਾ ਹੈ। ਕਈਆਂ ਨੂੰ ਇਸ ਬਾਰੇ ਉਮੀਦ ਹੈ। ਦੱਸ ਦਈਏ ਕਿ ਫਰਵਰੀ 13 ਨੂੰ ਜੋ ਡਰਾ ਕੱਢਿਆ ਗਿਆ ਸੀ, ਉਸ ਵਿੱਚ ਇੱਕੋ ਵਾਰ 27,332 ਉਮੀਦਵਾਰਾਂ ਦੀ ਕਿਸਮਤ ਜਾਗੀ ਸੀ। ਦੱਸ ਦਈਏ ਕਿ ਹੁਣ ਤੱਕ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਿੰਨੇ ਵੀ ਡਰਾ ਕੱਢੇ ਗਏ, ਉਸ ਤਹਿਤ 1,12,653 ਇਨਵੀਟੇਸ਼ਨ ਇਸ ਕੈਟੇਗਰੀ ਤਹਿਤ ਜਾਰੀ ਕੀਤੇ ਗਏ, ਜਦਕਿ 2020 ਵਿੱਚ ਇਹ ਅੰਕੜਾ ਇਸ ਸਮੇਂ 92,350 ਦਾ ਸੀ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਜਾਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਡਰਾ ਸੰਬੰਧੀ ਕਿਸ ਤਰ੍ਹਾਂ ਦਾ ਐਲਾਨ ਕੀਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਬੱਚਿਆਂ ਦੀ ਵੈਕਸੀਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਜਲਦ ਹੀ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ ਬੱਚਿਆਂ ਦੇ ਕੋਵਿਡ-19 ਵੈਕਸੀਨ ਲਗਾਉਣ ਸੰਬੰਧੀ ਸ਼ਿਪਮੈਂਟ ਪਹੁੰਚ ਰਹੀ ਹੈ। ਇਸ ਬਾਰੇ ਹੋਰ ਕੀ ਹੈ ਡਿਟੇਲ ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਬ੍ਰਿਟਿਸ਼ ਕੋਲੰਬੀਆ 'ਚ ਜਲਦ ਹੀ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸੰਬੰਧੀ ਕੋਵਿਡ-19 ਵੈਕਸੀਨ ਦੀ ਸ਼ਿਪਮੈਂਟ ਬ੍ਰਿਟਿਸ਼ ਕੋਲੰਬੀਆ ਨੂੰ ਜਲਦ ਹੀ ਮਿਲਣ ਜਾ ਰਹੀ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ 3,50,000 ਬੱਚੇ ਜਲਦ ਕੋਵਿਡ-19 ਵੈਕਸੀਨ ਹਾਸਲ ਕਰਨਗੇ। ਸੂਬੇ ਤੋਂ ਜੋ ਇਸ ਵੈਕਸੀਨ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਜਨਵਰੀ ਮਹੀਨੇ ਦੇ ਆਖਿਰ ਤੱਕ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾਵੇਗੀ। ਇਸ ਬਾਰੇ ਪਬਲਿਕ ਹੈਲਥ ਆਫੀਸ਼ੀਅਲਸ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਡਿਟੇਲ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ 'ਚ ਜਿਹੜੇ ਮਾਂ-ਬਾਪ ਵੱਲੋਂ ਬੱਚਿਆਂ ਲਈ ਕੋਵਿਡ-19 ਵੈਕਸੀਨ ਸੰਬੰਧੀ ਰਜਿਸਟ੍ਰੇਸ਼ਨ ਕਰਵਾਈ ਗਈ, ਉਹਨਾਂ ਨੂੰ ਇਨਵੀਟੇਸ਼ਨ ਭੇਜੇ ਜਾ ਰਹੇ ਨੇ ਕਿ ਉਹ ਕੋਵਿਡ-19 ਵੈਕਸੀਨ ਆਪਣੇ ਬੱਚਿਆਂ ਨੂੰ ਲਗਾ ਸਕਣ। ਜਿਹੜੇ ਮਾਂ-ਬਾਪ ਬੱਚਿਆਂ ਲਈ ਬੁਕਿੰਗ ਕਰਵਾਉਣਾ ਚਾਹੁੰਦੇ ਨੇ, ਉਹ ਇਮੂਨਾਈਜ਼ ਬ੍ਰਿਟਿਸ਼ ਕੋਲੰਬੀਆ ਤੇ 1833838232 ਦੇ ਉੱਪਰ ਕਾਲ ਕਰਕੇ ਰਜਿਸਟਰ ਕਰਵਾ ਸਕਦੇ ਨੇ। ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਬੱਚਿਆਂ ਲਈ ਕੋਵਿਡ-19 ਵੈਕਸੀਨ ਹਾਸਲ ਕਰਨਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਉਹਨਾਂ ਨੂੰ ਵਾਇਰਸ ਦੇ ਖਿਲਾਫ ਪ੍ਰੋਟੈਕਸ਼ਨ ਮਿਲੇਗੀ। ਡਾਕਟਰ ਬੋਨੀ ਹੈਨਰੀ ਵੱਲੋਂ ਵੀ ਇਸ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਦੱਸਿਆ ਕਿ ਬੱਚਿਆਂ ਲਈ ਕੋਵਿਡ-19 ਵੈਕਸੀਨ ਲਗਾਉਣੀ ਜ਼ਰੂਰੀ ਹੈ, ਕਿਉਂਕਿ ਇਸ ਨਾਲ ਵਾਇਰਸ ਦਾ ਖਤਰਾ ਟਲ ਜਾਂਦਾ ਹੈ। ਡਾਕਟਰ ਬੋਨੀ ਹੈਨਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹੁਣ ਤੱਕ 91,000 ਬੱਚਿਆਂ ਵੱਲੋਂ ਕੋਵਿਡ-19 ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵੈਕਸੀਨ ਬਾਰੇ ਇੱਕ ਸਰਵੇ ਵੀ ਸਾਹਮਣੇ ਆਇਆ ਸੀ, ਜਿਸ ਵਿੱਚ 58% ਮਾਂ-ਬਾਪ ਆਪਣੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਉਣ ਲਈ ਤਿਆਰ ਹਨ, ਜਦਕਿ 18% ਅਜੇ ਕੁਝ ਹੋਰ ਸਮੇਂ ਦੀ ਮੰਗ ਕਰ ਰਹੇ ਨੇ। ਦੱਸਣਯੋਗ ਹੈ ਕਿ ਡਾਕਟਰ ਥੇਰੇਸਾ ਟੇਮ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਕੈਨੇਡਾ ਵਿੱਚ ਹੁਣ ਜਿਹੜੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ, ਉਹਨਾਂ ਵਿੱਚ ਜ਼ਿਆਦਾਤਰ ਕੇਸਿਸ ਬੱਚਿਆਂ ਨਾਲ ਸੰਬੰਧਿਤ ਨੇ, ਜਿਨ੍ਹਾਂ ਦੀ ਉਮਰ 5 ਸਾਲ ਤੋਂ 11 ਸਾਲ ਹੈ।
ਇਸ ਮਾਹੌਲ ਵਿੱਚ ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾਣੀ ਬਹੁਤ ਜ਼ਰੂਰੀ ਹੈ। ਇਸ ਬਾਰੇ ਡਾਕਟਰ ਟੀਮ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਸਨ। ਸਰੀ ਨੂੰ ਜੋ ਇੱਕ ਨਵਾਂ ਹਸਪਤਾਲ ਮਿਲਣ ਵਾਲਾ ਹੈ, ਹੁਣ ਸਰੀ ਵਾਸੀ ਇਸ ਦੇ ਇੱਕ ਕਦਮ ਹੋਰ ਨੇੜੇ ਆ ਗਏ ਨੇ। ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਪਹਿਲੇ ਪੜਾਅ ਵਿੱਚ ਕੀ ਕੀਤਾ ਜਾਵੇਗਾ, ਇਸ ਤੋਂ ਬਾਅਦ ਅਗਲਾ ਪੜਾਅ ਕੀ ਹੋਵੇਗਾ ਤੇ ਕਦੋਂ ਇਹ ਹਸਪਤਾਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇਸ ਹਸਪਤਾਲ ਤੇ ਕਿੰਨਾ ਖਰਚਾ ਆਉਣ ਵਾਲਾ ਹੈ, ਕਿੰਨੀ ਬੈੱਡਾਂ ਦੀ ਸਮਰੱਥਾ ਹੋਏਗੀ, ਇਹ ਵੀ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ। ਸਰੀ ਨੂੰ ਜੋ ਨਵਾਂ ਹਸਪਤਾਲ ਮਿਲਣ ਵਾਲਾ ਹੈ, ਇਸ ਸੰਬੰਧੀ ਸਰੀ ਦੇ ਲੋਕ ਇਸ ਸਰੀ ਹਸਪਤਾਲ ਤੇ ਕੈਂਸਰ ਸੈਂਟਰ ਦੇ ਇੱਕ ਹੋਰ ਕਦਮ ਨੇੜੇ ਆ ਗਏ ਹਨ। ਇਸ ਬਾਰੇ ਸਿਹਤ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਰੀ ਵਿੱਚ ਲੋਕਾਂ ਲਈ ਇੱਕ ਨਵੇਂ ਹਸਪਤਾਲ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਪਤੀ ਵੱਲ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਸਪਤਾਲ ਨੂੰ ਬਣਾਉਣ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿੱਥੇ ਹਸਪਤਾਲ ਦਾ ਡਿਜ਼ਾਈਨ ਤਿਆਰ ਕਰਨ ਅਤੇ ਹੋਰ ਕਈ ਚੀਜ਼ਾਂ ਦੇ ਸੰਬੰਧ ਵਿੱਚ ਟੀਮਾਂ ਨੂੰ ਬੁਲਾਇਆ ਜਾਵੇਗਾ। ਇਸ ਤੋਂ ਬਾਅਦ ਇਸ ਦੀ ਇੱਕ ਲਿਸਟ ਬਣਾਈ ਜਾਵੇਗੀ ਤੇ ਬਾਅਦ ਵਿੱਚ ਅਗਲੇ ਪੜਾਅ ਤਹਿਤ ਕਦਮ ਚੁੱਕਿਆ ਜਾਵੇਗਾ। ਜਾਣਕਾਰੀ ਮੁਤਾਬਕ RFQ ਪ੍ਰਕਿਰਿਆ ਦੀ ਸ਼ੁਰੂਆਤ 2022 ਦੇ ਸ਼ੁਰੂ ਵਿੱਚ ਕੀਤੀ ਜਾ ਸਕੇਗੀ, ਜਿਸ ਤੋਂ ਬਾਅਦ RFP ਪ੍ਰਕਿਰਿਆ ਚੱਲੇਗੀ। ਹਸਪਤਾਲ ਦੀ ਉਸਾਰੀ ਦੀ ਸ਼ੁਰੂਆਤ 2023 ਦੌਰਾਨ ਕੀਤੇ ਜਾਣ ਦੀ ਉਮੀਦ ਹੈ। ਪੂਰੀ ਉਮੀਦ ਹੈ ਕਿ 2027 ਤੱਕ ਇਹ ਹਸਪਤਾਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ। ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਸਪਤਾਲ 'ਚ ਮਰੀਜ਼ਾਂ ਵਾਸਤੇ 168 ਬੈੱਡ ਹੋਣਗੇ, 5 ਆਪਰੇਸ਼ਨ ਥੀਏਟਰ ਹੋਣਗੇ। ਇਸ ਤੋਂ ਇਲਾਵਾ ਇੱਥੇ 4 ਪ੍ਰੋਸੀਜਰ ਰੂਮ ਵੀ ਹੋਣਗੇ। ਇਲਾਜ ਕਰਨ ਵਾਲੀਆਂ 55 ਥਾਵਾਂ ਵਾਲਾ ਇੱਕ ਐਮਰਜੈਂਸੀ ਵਿਭਾਗ ਹੋਵੇਗਾ। ਸਾਰੇ ਕਲੀਨਿਕਲ ਸੇਵਾ ਖੇਤਰਾਂ ਵਿੱਚ ਵਰਚੁਅਲ ਕੇਅਰ ਦੇ ਵੀ ਆਪਸ਼ਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਰਿਵਾਰਕ ਇਕੱਠ ਵਾਸਤੇ ਵੀ ਥਾਂ ਰੱਖੀ ਜਾਵੇਗੀ। ਇਸ ਨਵੇਂ ਕੈਂਸਰ ਸੈਂਟਰ ਵਿੱਚ 50 ਜਾਂਚ ਕਮਰਿਆਂ ਵਾਲਾ ਇੱਕ ਕੇਅਰ ਯੂਨਿਟ ਹੋਵੇਗਾ। ਮੰਤਰੀ ਨੇ ਦੱਸਿਆ ਹੈ ਕਿ ਇਸ ਪ੍ਰੋਜੈਕਟ ਤਹਿਤ 730 ਪਾਰਕਿੰਗ ਸਥਾਨ ਵੀ ਹੋਣਗੇ, ਜਿਨ੍ਹਾਂ ਵਿੱਚ 375 ਸਰਫੇਸ ਸਥਾਨ ਅਤੇ 355 ਅੰਡਰਗਰਾਉਂਡ ਸਥਾਨ ਹੋਣਗੇ। ਇਸ ਪ੍ਰੋਜੈਕਟ ਉੱਪਰ ਕੁੱਲ ਕੀਮਤ $1.66 ਬਿਲੀਅਨ ਦੀ ਦੱਸੀ ਜਾ ਰਹੀ ਹੈ। ਇਸ ਖਬਰ 'ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਸੂਬਿਆਂ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਇਸ ਸਮੇਂ ਕੀ ਬਣੇ ਹੋਏ ਨੇ ਕੋਰੋਨਾ ਵਾਇਰਸ ਦੇ ਹਾਲਾਤ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 600 ਤੋਂ ਘੱਟ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 24 ਘੰਟਿਆਂ ਦੌਰਾਨ ਓਨਟਾਰੀਓ ਤੋਂ 591 ਮਾਮਲੇ ਸਾਹਮਣੇ ਆਏ ਤੇ 7 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਸੂਬੇ ਵਿੱਚ ਹੁਣ ਤੱਕ ਕੁੱਲ 6,16,522 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ ਜਿਹੜੇ ਮਾਮਲੇ ਦਰਜ ਕੀਤੇ ਗਏ, ਇਹਨਾਂ ਵਿੱਚ 293 ਅਨਵੈਕਸੀਨੇਟਡ, 14 ਪਾਰਸ਼ਲੀ ਵੈਕਸੀਨੇਟਡ ਤੇ 237 ਫੁੱਲੀ ਵੈਕਸੀਨੇਟਡ ਸ਼ਾਮਿਲ ਨੇ। ਇਨ੍ਹਾਂ 24 ਘੰਟਿਆਂ ਦੌਰਾਨ ਹੀ ਟੋਰਾਂਟੋ ਤੋਂ 74, ਵਿੰਡਸਰ ਤੋਂ 63, ਯਾਰਕ ਰੀਜਨ ਤੋਂ 48, ਪੀਲ ਰੀਜਨ ਤੋਂ 43 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪ੍ਰੋਵਿੰਸ 'ਚ ਕੁੱਲ 9,981 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਵੈਕਸੀਨੇਸ਼ਨ ਬਾਰੇ ਜਾਣਕਾਰੀ ਮੁਤਾਬਕ ਇੱਥੇ 86.1% ਦੀ ਆਬਾਦੀ ਫੁੱਲੀ ਵੈਕਸੀਨੇਟਡ ਹੈ ਤੇ 99% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ। ਇੱਥੇ ਰਿਕਵਰਡ ਕੇਸਿਸ ਦੀ ਗਿਣਤੀ 5,98,134 ਹੈ ਤੇ ਐਕਟਿਵ ਕੇਸਿਸ ਦਾ ਅੰਕੜਾ 5,407 ਦੱਸਿਆ ਜਾ ਰਿਹਾ ਹੈ। ਕਿਊਬਿਕ ਤੋਂ 24 ਘੰਟਿਆਂ ਦੌਰਾਨ 882 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 24 ਘੰਟਿਆਂ ਦੌਰਾਨ ਇੱਕ ਮੌਤ ਇਸ ਵਾਇਰਸ ਦੇ ਕਾਰਨ ਹੋ ਗਈ। ਹੁਣ ਤੱਕ ਪ੍ਰੋਵਿੰਸ 'ਚ ਕੁੱਲ 4,41,344 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,566 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ 211 ਹੈ, ਜਿਨ੍ਹਾਂ ਵਿੱਚੋਂ 46 ਇੰਟੈਂਸਿਵ ਕੇਅਰ ਅਧੀਨ ਹਨ। ਇੱਥੇ 91% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਤੇ ਸੂਬੇ 'ਚ 88% ਦੀ ਆਬਾਦੀ ਵੱਲੋਂ ਕੋਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਗਈਆਂ ਨੇ। ਕੈਨੇਡਾ 'ਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,563 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇੱਥੇ ਐਕਟਿਵ ਕੇਸਿਸ ਦੀ ਗਿਣਤੀ 23,446 ਹੈ, ਜਿਨ੍ਹਾਂ ਵਿੱਚੋਂ 23,466 ਮਾਈਲਡ ਕੰਡੀਸ਼ਨ ਦੇ ਵਿੱਚ ਨੇ ਤੇ 480 ਇਸ ਸਮੇਂ ਸੀਰੀਅਸ ਕੰਡੀਸ਼ਨ ਵਿੱਚ ਹਨ। ਕੈਨੇਡਾ 'ਚ ਰਿਕਵਰਡ ਕੇਸਿਸ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ।
ਇੱਥੇ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਉੱਪਰ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਜ਼ਰੂਰੀ ਖਬਰ, ਅਗਲੇ 10 ਦਿਨ ਹੋਣਗੇ ਚੁਣੌਤੀ ਭਰੇ। ਨਿਊ ਫਾਊਂਡਲੈਂਡ ਤੋਂ ਮੌਸਮ ਬਾਰੇ ਜਾਣਕਾਰੀ, ਬਰਸਾਤ ਕਾਰਨ ਟੁੱਟੇ ਹਾਈਵੇ, ਕਈ ਰਸਤੇ ਹੋਏ ਬੰਦ। ਅਮਰੀਕਾ ਵੱਲੋਂ ਯਾਤਰੀਆਂ ਲਈ ਨਵਾਂ ਐਲਾਨ, ਟਰੱਕ ਡਰਾਈਵਰਾਂ ਲਈ ਟੀਕਾ ਕੀਤਾ ਜ਼ਰੂਰੀ। ਬ੍ਰਿਟਿਸ਼ ਕੋਲੰਬੀਆ 'ਚ ਵਰਕਰਾਂ ਲਈ ਵੱਡਾ ਐਲਾਨ, ਹੁਣ 5 ਦਿਨਾਂ ਦੀ ਹੋਵੇਗੀ ਪੇਡ ਲੀਵ। ਜਗਮੀਤ ਸਿੰਘ ਦੀ ਸਰਕਾਰ ਨੂੰ ਸਲਾਹ, ਕਿਹਾ ਕੈਨੇਡਾ ਵਾਸੀਆਂ ਲਈ ਚੁੱਕੋ ਕਦਮ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।